सत श्री अकाल दोस्तों, मैं अमरजीत सिंह सीबड़ एजुकेशन मोहाली तो एक बार फिर तुहाडे नाल रूबरू हाँ जी अज दी नवी वीडियो लैके। ते अज दी वीडियो दे विच गल करते हैं उन्हां टॉप 5 रीजन दी जिन्हां दे करके कैनेडा दा स्टूडेंट वीज़ा रिफ्यूज हुंदा है। सो दोस्तों, जे तुसीं साडा चैनल सबसक्राइब नहीं कीता तां सबसक्राइब कर लो तां जो स्टडी वीज़ा दे रिलेटेड हर एक लेटेस्ट ते ऑथेंटिक इन्फॉर्मेशन सब तो पहला तुहाडे कोल पहुंच जाए। ਆਪਾਂ ਗੱਲ ਕਰਦੇ ਹਾਂ ਉਹਨਾਂ ਟੌਪ 5 ਰੀਜ਼ਨ ਦੇ ਜਿਨ੍ਹਾਂ ਦੇ ਕਰਕੇ ਕੈਨੇਡਾ ਦਾ ਸਟੱਡੀ ਵੀਜ਼ਾ ਰਿਫਿਊਜ਼ ਹੁੰਦਾ ਹੈ। ਸਭ ਤੋਂ ਪਹਿਲਾ ਰੀਜ਼ਨ ਹੈ ਰੋਂਗ ਕੋਰਸ ਸਿਲੈਕਸ਼ਨ। ਜੇ ਮੈਂ ਅੱਜ ਦੇ ਸਿਨੈਰੀਓ ਦੀ ਗੱਲ ਕਰਾਂ ਤਾਂ ਸਾਡੇ ਨਾਰਥ ਇੰਡੀਆ ਦੇ ਜਿਹੜੇ ਮੋਸਟਲੀ ਸਟੂਡੈਂਟਸ ਨੇ ਉਹ ਏਜੰਟ ਦੇ ਥਰੂ ਆਪਣੇ ਐਪਲੀਕੇਸ਼ਨ ਪ੍ਰੋਸੈਸ ਕਰਦੇ ਨੇ। ਸਟੂਡੈਂਟ ਏਜੰਟ ਕੋਲ ਜਾਂਦਾ ਹੈ ਤੇ ਏਜੰਟ ਨੂੰ ਜਾ ਕੇ ਆਪਣੀ ਸਿਟੀ ਦੀ ਪ੍ਰੈਫਰੈਂਸ ਦੱਸਦਾ ਕਿ ਮੈਂ ਇਸ ਸਿਟੀ ਦੇ ਵਿੱਚ ਆਪਣਾ ਕੇਸ ਜੋ ਹੈ ਅਪਲਾਈ ਕਰਨਾ ਚਾਹੁੰਦਾ। ਕਿਉਂਕਿ ਸਟੂਡੈਂਟ ਦੀ ਆਪਣੀ ਕੋਈ ਰਿਸਰਚ ਨਹੀਂ ਹੁੰਦੀ ਤਾਂ ਜੋ ਕੋਰਸ ਸਿਲੈਕਸ਼ਨ ਹੈ ਉਹ ਵੀ ਮੋਸਟਲੀ ਏਜੰਟ ਹੀ ਕਰਦੇ ਨੇ। ਸਟੂਡੈਂਟ ਕੋਰਸ ਸਿਲੈਕਸ਼ਨ ਬਹੁਤ ਘੱਟ ਕਰਦੇ ਨੇ ਕਿਉਂਕਿ ਮੋਸਟਲੀ ਜਿਹੜੇ ਸਟੂਡੈਂਟ ਨੇ ਉਹ ਏਜੰਟ ਨੂੰ ਇਹ ਗੱਲ ਕਹਿੰਦੇ ਕਿ ਸਰ ਕੋਰਸ ਤੁਸੀਂ ਦੇਖ ਲਓ, ਸਾਨੂੰ ਤਾਂ ਸਿਰਫ ਵੀਜ਼ੇ ਨਾਲ ਮਤਲਬ ਹੈ, ਸਾਡਾ ਵੀਜ਼ਾ ਆਉਣਾ ਚਾਹੀਦਾ, ਇਹੀ ਹੁੰਦਾ ਮੋਸਟਲੀ। ਬਟ ਦੂਜੇ ਪਾਸੇ ਏਜੰਟ ਵੀ ਤੁਹਾਨੂੰ ਉਹੀ ਕੋਰਸ ਪ੍ਰੋਵਾਈਡ ਕਰਦੇ ਨੇ ਜੋ ਉਹਨਾਂ ਦੇ ਨੈਟਵਰਕ ਵਿੱਚ ਅਵੇਲੇਬਲ ਹੁੰਦਾ ਹੈ ਜਾਂ ਫਿਰ ਜਿਸ ਦੇ ਵਿੱਚ ਉਹਨਾਂ ਦੀ ਕਮਿਸ਼ਨ ਜ਼ਿਆਦਾ ਹੁੰਦੀ ਹੈ। ਸੋ ਦੋਸਤੋ, ਜਿਹੜਾ ਮੇਨ ਰੀਜ਼ਨ ਹੈ ਰਿਫਿਊਜ਼ਲ ਦਾ ਉਸ ਦਾ ਸਭ ਤੋਂ ਵੱਡਾ ਹੈਗਾ ਕਿ ਕੋਰਸ ਰੈਲੇਵੈਂਸੀ। ਜੋ ਤੁਸੀਂ ਪ੍ਰੀਵੀਅਸ ਐਜੂਕੇਸ਼ਨ ਕੀਤੀ ਹੈ ਉਸ ਦੇ ਰਿਲੇਟਡ ਪ੍ਰੋਗਰਾਮ ਹੈ ਜਾਂ ਨਹੀਂ ਹੈ, ਜੋ ਪ੍ਰੋਗਰਾਮ ਤੁਸੀਂ ਚੂਜ਼ ਕਰ ਰਹੇ ਹੋ ਜਾਂ ਕਰੋਗੇ ਉਹ ਤੁਹਾਡਾ ਪ੍ਰੋਗਰੈਸਿਵ ਹੈ ਜਾਂ ਨਹੀਂ ਹੈ। ਉਸ ਤੋਂ ਬਾਅਦ ਦੂਜੇ ਪੁਆਇੰਟ ਦੀ ਗੱਲ ਕਰਦੇ ਹਾਂ, ਮਿਸ ਰਿਪਰੈਜ਼ੈਂਟੇਸ਼ਨ ਆਫ ਡਾਕੂਮੈਂਟਸ। ਅੱਜ ਦੀ ਡੇਟ ਦੇ ਵਿੱਚ ਹਰ ਕੋਈ ਹੱਦੋਂ ਵੱਧ ਸਿਆਣਾ ਹੈ, ਸਟੂਡੈਂਟ ਵੀ, ਏਜੰਟ ਵੀ ਤੇ ਵੀਜ਼ਾ ਆਫਿਸਰ ਵੀ। ਤੁਹਾਨੂੰ ਆਪਣੀ ਫਾਈਲ ਦੇ ਵਿੱਚ ਕੋਈ ਵੀ ਫੇਕ ਡਾਕੂਮੈਂਟ ਅਟੈਚ ਨਹੀਂ ਕਰਨਾ ਚਾਹੀਦਾ। ਜੇ ਤੁਸੀਂ ਇਹ ਚੀਜ਼ ਸੋਚ ਰਹੇ ਹੋ ਕਿ ਤੁਸੀਂ ਵੀਜ਼ਾ ਆਫਿਸਰ ਨੂੰ ਬੇਵਕੂਫ ਬਣਾ ਲਓਗੇ ਤਾਂ ਇਹ ਤੁਹਾਡੀ ਬਹੁਤ ਵੱਡੀ ਭੁੱਲ ਹੈ, ਕਿਉਂਕਿ ਉਹ ਬਹੁਤ ਲੰਬੇ ਐਕਸਪੀਰੀਅੰਸ ਤੋਂ ਬਾਅਦ ਇਸ ਪੋਸਟ ਤੇ ਬੈਠੇ ਹਨ ਅਤੇ ਡੇਲੀ ਦੀਆਂ ਇਦਾਂ ਦੀਆਂ ਪਤਾ ਨਹੀਂ ਕਿੰਨੀਆਂ ਐਪਲੀਕੇਸ਼ਨਸ ਨੇ ਜਿਨ੍ਹਾਂ ਨਾਲ ਉਹ ਨਜਿੱਠਦੇ ਨੇ। ਸੋ ਰਿਫਿਊਜ਼ਲ ਤੋਂ ਬਚਣ ਦੇ ਲਈ ਦੂਜਾ ਜਿਹੜਾ ਹੈਗਾ ਕਿ ਤੁਸੀਂ ਕੋਈ ਵੀ ਮਿਸ ਰਿਪਰੈਜ਼ੈਂਟੇਸ਼ਨ ਨਹੀਂ ਕਰਨੀ। ਜੇ ਕਰੋਗੇ ਤਾਂ ਰਿਫਿਊਜ਼ਲ ਦੇ ਚਾਂਸਸ ਜ਼ਿਆਦਾ ਹੋਣਗੇ। ਤੀਜਾ, ਲੋ ਅਕੈਡਮਿਕ ਪਰਸੈਂਟੇਜ ਜਾਂ ਲੋ ਇੰਗਲਿਸ਼ ਸਕੋਰ। ਬਹੁਤ ਵਾਰੀ ਦੇਖਣ ਵਿੱਚ ਆਉਂਦਾ ਹੈ ਕਿ ਸਟੂਡੈਂਟ ਦੀ ਅਕੈਡਮਿਕ ਪ੍ਰੋਫਾਈਲ ਤਾਂ ਬਹੁਤ ਵਧੀਆ ਹੈ, ਪਰਸੈਂਟੇਜ ਬਹੁਤ ਵਧੀਆ ਹੈ, ਬਟ ਸਟੂਡੈਂਟ ਦਾ ਆਇਲ ਸਕੋਰ ਜਾਂ ਪੀਟੀ ਜਾਂ ਟੋਫਲ ਦਾ ਸਕੋਰ ਥੋੜਾ ਘੱਟ ਹੈ। ਦੂਜੇ ਪਾਸੇ ਕਈ ਵਾਰੀ ਇਸ ਤਰ੍ਹਾਂ ਦੇ ਕੇਸਿਸ ਵੀ ਹੁੰਦੇ ਨੇ ਜਿਸ ਦੇ ਵਿੱਚ ਅਕੈਡਮਿਕ ਦੀ ਪਰਸੈਂਟੇਜ ਜਿਹੜੀ ਹੈ ਉਹ ਘੱਟ ਹੁੰਦੀ ਹੈ ਬਟ ਆਇਲਸ ਪੀਟੀ ਜਾਂ ਟੋਫਲ ਦਾ ਸਕੋਰ ਬਹੁਤ ਵਧੀਆ ਹੁੰਦਾ ਹੈ। ਸੋ ਦੋਸਤੋ, ਤੁਸੀਂ ਆਪਣਾ ਜੋ ਕੋਰਸ ਸਿਲੈਕਸ਼ਨ ਕਰਨੀ ਆ ਉਹ ਆਪਣੇ ਦੋਨਾਂ ਚੀਜ਼ਾਂ ਦੀ ਪਰਸੈਂਟੇਜ ਨੂੰ ਦੇਖਦੇ ਹੋਏ ਜੋ ਹੈ ਚੂਜ਼ ਕਰਨਾ ਹੈ ਕਿ ਤੁਹਾਡਾ ਅਕੈਡਮਿਕ ਪਰਸੈਂਟੇਜ ਕੀ ਹੈ ਪਲੱਸ ਤੁਹਾਡੀ ਇੰਗਲਿਸ਼ ਲੈਂਗੁਏਜ ਦੀ ਪ੍ਰੋਫੀਸ਼ੀਐਂਸੀ ਜਿਹੜੀ ਹੈ ਉਹ ਕੀ ਹੈਗੀ ਹੈ। ਉਹਨਾਂ ਦੋਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜੋ ਹੈ ਆਪਣੀ ਕੋਰਸ ਸਿਲੈਕਸ਼ਨ ਕਰਨੀ ਹੈ ਕਿ ਜੋ ਤੁਸੀਂ ਕੋਰਸ ਸਟੱਡੀ ਕਰਨ ਦੇ ਲਈ ਜਾ ਰਹੇ ਹੋ ਉਹ ਤੁਹਾਡਾ ਆਊਟ ਆਫ ਸਿਲੇਬਸ ਨਹੀਂ ਹੈ, ਤੁਹਾਡੇ ਉੱਪਰੋਂ ਨਹੀਂ ਲੰਘੂਗਾ, ਤੁਸੀਂ ਉਹਨੂੰ ਬਿਲਕੁਲ ਪ੍ਰੋਪਰ ਤਰੀਕੇ ਨਾਲ ਅੰਡਰਸਟੈਂਡ ਕਰ ਸਕਦੇ ਹੋ। ਨੰਬਰ 4 ਹੈ ਲੈਕ ਆਫ ਫਾਈਨੈਂਸ਼ੀਅਲ ਰਿਸੋਰਸਿਸ। ਹੁਣ ਕਈ ਵਾਰੀ ਦੇਖਣ ਵਿੱਚ ਆਉਂਦਾ ਹੈ ਕਿ ਸਟੂਡੈਂਟ ਦੇ ਜਿਹੜਾ ਆਇਲ ਸਕੋਰ ਹੈ ਉਹ 6 ਈਚ ਹੈ, ਦੈਟ ਮੀਨਸ ਉਸ ਦੀ ਫਾਈਲ ਜੋ ਹੈ ਐਪਲੀਕੇਸ਼ਨ ਜੋ ਹੈ ਉਹ ਐਸਟੀਐਸ ਕੈਟਾਗਰੀ ਦੇ ਵਿੱਚ ਫਾਲ ਕਰਦੀ ਹੈ, ਬਟ ਡਿਊ ਟੂ ਸਮ ਰੀਜ਼ਨ ਉਹ ਸਿਰਫ ਆਪਣੀ ਇੱਕ ਸਮੈਸਟਰ ਦੀ ਫੀ ਪੇ ਕਰਦਾ ਹੈ ਜਾਂ ਫਿਰ 6 ਮੰਥ ਦੀ ਟਿਊਸ਼ਨ ਫੀ ਪੇ ਕਰਦਾ ਹੈ, ਜਿਸ ਕਰਕੇ ਉਸ ਦੀ ਜਿਹੜੀ ਐਪਲੀਕੇਸ਼ਨ ਹੈ ਉਹ ਆਟੋਮੈਟਿਕਲੀ ਨੌਨ ਐਸਟੀਐਸ ਕੈਟਾਗਰੀ ਵਿੱਚ ਫਾਲ ਕਰਦੀ ਹੈ। ਅਤੇ ਜਦੋਂ ਵੀਜ਼ਾ ਆਫਿਸਰ ਉਸ ਫਾਈਲ ਨੂੰ ਅਸੈਸ ਕਰਦਾ ਤਾਂ ਉਹ ਇਹ ਵੀ ਚੀਜ਼ ਨੋਟ ਕਰਦੇ ਨੇ ਕਿ ਸਟੂਡੈਂਟ ਦੀ ਪ੍ਰੋਫਾਈਲ ਵਧੀਆ ਹੈ, ਉਸ ਦੇ ਬਾਵਜੂਦ ਇਹਨਾਂ ਨੇ ਆਪਣੀ ਫੁੱਲ ਸਮੈਸਟਰ ਦੀ ਫੀਸ ਪੇ ਨਹੀਂ ਕੀਤੀ ਜਾਂ ਐਸਟੀਐਸ ਕੈਟਾਗਰੀ ਦੇ ਵਿੱਚ ਇਹਨਾਂ ਦੀ ਫਾਈਲ ਨਹੀਂ ਹੈ, ਦੈਟ ਮੀਨਸ ਇਹਨਾਂ ਨੂੰ ਕੋਈ ਨਾ ਕੋਈ ਫਾਈਨੈਂਸ਼ੀਅਲ ਇਸ਼ੂ ਹੈਗਾ। ਜੇਕਰ ਇਸ ਟਾਈਮ ਇਹਨਾਂ ਨੂੰ ਕੋਈ ਫਾਈਨੈਂਸ਼ੀਅਲ ਇਸ਼ੂ ਹੈ ਤਾਂ ਇਹ ਅੱਗੇ ਜਾ ਕੇ ਆਪਣਾ ਕੋਰਸ ਕੰਪਲੀਟ ਕਿਵੇਂ ਕਰ ਲੈਣਗੇ। ਸੋ ਉਹ ਇੱਕ ਤਰ੍ਹਾਂ ਦਾ ਡਾਊਟ ਆ ਜਾਂਦਾ ਤੇ ਇਸ ਡਾਊਟ ਕਰਕੇ ਵੀ ਜਿਹੜੀ ਹੈ ਫਾਈਲ ਜੋ ਹੈ ਉਹ ਨੈਗੇਟਿਵ ਪਾਸੇ ਜ਼ਿਆਦਾ ਜਾਂਦੀ ਹੈ, ਯਾਨੀ ਕਿ ਰਿਫਿਊਜ਼ਲ ਹੋਣ ਦੇ ਚਾਂਸਸ ਜ਼ਿਆਦਾ ਹੁੰਦੇ ਨੇ। ਪੰਜਵਾਂ ਹੈ ਲੈਕ ਆਫ ਐਕਸਪਲੇਨੇਸ਼ਨ। ਹੁਣ ਇਹ ਪੁਆਇੰਟ ਬਹੁਤ ਜ਼ਰੂਰੀ ਹੈ, ਇਹਨੂੰ ਤੁਸੀਂ ਧਿਆਨ ਦੇ ਨਾਲ ਸੁਣਿਓ। ਮੋਸਟਲੀ ਜਿਹੜੀ ਫਾਈਲ ਰਿਜੈਕਟਡ ਹੁੰਦੀਆਂ ਨੇ ਉਹ ਸਿਰਫ ਇਸੇ ਟਿਪਸ ਇਸੇ ਪੁਆਇੰਟ ਕਰਕੇ ਹੀ ਮੋਸਟਲੀ, ਜੇ ਮੈਂ 70% ਗੱਲ ਕਰਾਂ ਤਾਂ ਇਸੇ टिप्स करके जी है जो थोड़ी एप्लीकेशन है वो रिफ्यूज होती है। की है डिटेल दे विच गल करते हैं। लैक ऑफ एक्सप्लेनेशन दे विच असी अपने फ्यूचर प्लान्स अते अपने स्टडी प्लान डिस्क्राइब करते हैं।
कि असी यही कोर्स क्यों चूज किया, असी स्पैसिफिक यही कॉलेज या यही यूनिवर्सिटी क्यों चूज की, ਅਤੇ जो कोर्स असी चूज कर रहे हैं इसका सानू फ्यूचर दे विच की बेनिफिट हैगा। इस तो बाद की तुसी कोर्स कंप्लीट करन तो बाद इंडिया वापस आओगे, उसकी तुसी की श्योरिटी दे रहे हो, थोड़े इंडिया दे विच की फाइनेंशियल टाइज हैगे ने, की थोड़े इमोशनल टाइज ने, जिस दे नाल ये गल श्योर होवे कि तुसी इंडिया दे विच वापस आओगे। इस तो बाद ਆਪਾਂ ਗੱਲ ਕਰਦੇ ਹਾਂ कि ਜਿਹੜਾ ਕੋਰਸ ਤੁਸੀਂ ਚੂਜ਼ ਕੀਤਾ ਸੀ ਉਸ ਕੋਰਸ ਦਾ ਇੰਡੀਆ ਦੇ ਵਿੱਚ ਕੀ ਕੈਰੀਅਰ ਹੈਗਾ। ਕਿਤੇ ਇਦਾਂ ਤਾਂ ਨਹੀਂ ਕਿ ਜੋ ਕੋਰਸ ਤੁਸੀਂ ਕੈਨੇਡਾ ਦੇ ਵਿੱਚ ਸਟੱਡੀ ਕਰਨ ਜਾ ਰਹੇ ਹੋ ਉਹਦਾ ਇੰਡੀਆ ਦੇ ਵਿੱਚ ਕੋਈ ਸਕੋਪ ਹੀ ਨਹੀਂ ਹੈ, ਅਤੇ ਜੋ ਕੋਰਸ ਤੁਸੀਂ ਕੈਨੇਡਾ ਦੇ ਵਿੱਚ ਚੂਜ਼ ਕੀਤਾ ਹੈ ਕੀ ਉਹ ਕੋਰਸ ਸੇਮ ਇੰਡੀਆ ਦੇ ਵਿੱਚ ਅਵੇਲੇਬਲ ਹੈਗਾ। ਜੇ ਅਵੇਲੇਬਲ ਹੈ ਤਾਂ ਉਹ ਕੋਰਸ ਤੁਸੀਂ ਇੰਡੀਆ ਦੇ ਵਿੱਚ क्यों नहीं पढ़ रहे या क्यों नहीं चूज किया। सो इन्हां सारे रीजन करके जिहड़ी है मोस्टली एप्लीकेशन रिफ्यूज होती है, क्योंकि SOP दे विच ये सारी चीज़ां क्लीयर नहीं कीतियां होंदियां। मोस्टली स्टूडेंट्स की करते हैं कि अपना जो प्रीवियस कोर्स है वो दस दिंदे ने, इसलिए असीं ये कोर्स चूज किया ते साडे फ्यूचर प्लान ये नहीं, जबकि सानूं दसना की सी कि साडे ये कोर्स कंप्लीट करन तो बाद साडा इंडिया दे विच की स्कोप है, इस प्रोग्राम दा सानूं की बेनिफिट मिलूगा, अते इंडिया आने की साडी की श्योरिटी है कि साडे फाइनेंशियल टाइज ने, कि साडे इत्थे इमोशनल टाइज ने। वो चीज़ नूं जब तक असीं डिस्क्राइब नहीं करांगे साडा वीज़ा नहीं मिलूगा। सो दोस्तों जे तुसीं अपनी फाइल प्रोसैस कर रहे हो जां करोगे तां तुहानूं इन्हां गल्लां दा ध्यान रखना चाहिए तां जो तुहाडी एप्लीकेशन रिफ्यूज ना होवे। जेकर तुहानूं कोई साडी हेल्प की जरूरत है तां तुसीं सानूं कॉन्टैक्ट कर सकते हो 7870478704 787004। इस तो इलावा तुसीं कमेंट करके भी दस सकते हो, तो असीं तुहाडे हर एक कमेंट का रिप्लाई करांगे। तो मैं उम्मीद करदा कि जिहड़े स्टूडेंटां दी एप्लीकेशन अंडर प्रोसैस है जां जो अपनी एप्लीकेशन प्रोसैस करनगे उन्हां दा सारिआं दा जिहड़ा है वो फ्यूचर ब्राइट होवे। सत श्री अकाल।